ਲੋਕ ਜਿਹੜੇ ਨੇ ਕਿੰਨੇ ਕੁ ਮਜਬੂਰ ਨੇ, ਕਿੰਨੇ ਕੁ ਅਸਹਾਏ ਮਹਿਸੂਸ ਕਰ ਰਹੇ ਨੇ। ਸਰਕਾਰਾਂ ਹੁੰਦੀਆਂ ਫॉर द ਵੈਲਫੇਅਰ ਆਫ ਸਟੇਟ, ਫॉर द ਵੈਲਫੇਅਰ ਆਫ ਪਬਲਿਕ। ਜਿਹੜੇ ਇਹ ਉਹ ਜ਼ਮੀਨ ਤੁਹਾਡੀ ਸੀਗੀ ਜਿਹੜੀ ਕਹਿੰਦੇ ਵੀ ਆਪਣੇ ਆਪ? ਹਾਂਜੀ ਹਾਂ, ਉਹ ਸਾਡੇ ਪਿੰਡ ਦੀ ਜ਼ਮੀਨ ਆ 417 ਕਿੱਲਾ ਜੀ। 2500 ਬੰਦੇ ਦੀ ਫੋਰਸ ਲਾ ਕੇ ਉੱਥੇ ਇਹਨਾਂ ਨੇ ਉਧਰ ਕਬਜ਼ਾ ਕੀਤਾ। ਅਸੀਂ ਸਾਡੇ ਪੁਰਖਾਂ ਨੇ ਉਸ ਟਾਈਮ 1904-5 ਦੇ ਟਾਈਮ ਅੰਗਰੇਜ਼ੀ ਸ਼ਾਹੀ ਰਾਜ ਸੀ, ਉਹਨਾਂ ਨੂੰ ਉਸ ਟਾਈਮ ਦਾ ਬਣਦਾ ਲਗਾਨ ਦੇ ਕੇ ਜ਼ਮੀਨ ਖਰੀਦੀ ਹੋਈ ਹੈ। ਪਰ ਇੱਥੇ ਸਰਕਾਰਾਂ ਬਦਲਾਵ ਦੇ ਨਾਂ ਤੇ ਆਹ ਦੇਖੋ ਕਿੰਨੇ ਲੋਕਾਂ ਨਾਲ ਬਦਲਾ ਲੈਣ ਵਾਸਤੇ ਸਰਕਾਰ ਬਣ ਗਈ ਹੈ। ਇਹ ਜਿਹੜੀ ਫਿਰ ਗੱਲ ਕਹਿੰਦੇ ਸੀਗੇ ਕਿ ਕਿਸਾਨਾਂ ਨੇ ਆਪ ਹੀ ਛੱਡਤੀ, ਸਾਥ ਦੇ ਰਹੇ ਵੀ ਦੱਸ ਰਹੇ ਅਸੀਂ ਉਹਨਾਂ ਕੋਲੇ ਇਹ ਜਮਾਬੰਦੀ ਦਿਖਾਈ ਉਹਨਾਂ ਨੂੰ ਵੀ ਸਾਡੇ ਕੋਲੇ 1904-5 ਦੀ ਜਮਾਬੰਦੀ ਆ, ਸਾਡੇ ਕੋਲੇ 1904-5 ਦੇ ਕਾਬਜ਼ ਹੈ। ਸਾਨੂੰ ਉਹਨਾਂ ਨੇ ਗੱਲ ਹੀ ਚੇਂਜ ਕਰਤੀ ਇੱਕ ਨਿਊਜ਼ ਬਣਾਉਣ ਦੇ ਤੌਰ ਤੇ, ਕਹਿੰਦੇ ਦੇਖੋ ਬੱਲੇ ਬੱਲੇ ਕਿੰਨੇ ਦਲੇਰ ਨੇ ਪੰਜਾਬੀ 100 ਸਾਲ ਪੁਰਾਣਾ ਕਬਜ਼ਾ ਛੱਡ ਰਹੇ ਨੇ। ਸੋ ਮੈਂ ਤਾਂ ਕਹੂੰਗਾ ਕਿ ਇਹ ਸਰਕਾਰ ਨਹੀਂ ਹੈ, ਇਹ ਬੇਸਿਕਲੀ ਇੱਕ ਲੈਂਡ ਮਾਫੀਆ ਹੁੰਦਾ ਨਾ, ਜਿਹਨੂੰ ਭੂ ਮਾਫੀਆ ਕਹਿੰਦੇ ਆ, ਇੱਕ ਭੂ ਮਾਫੀਆ ਦਾ ਰੋਲ ਅਦਾ ਕਰ ਰਹੀ ਹੈ। ਸਾਡੇ 200 ਪਰਿਵਾਰ ਦਾ ਪਿੰਡ ਹੈ ਜੀ। 200 ਪਰਿਵਾਰ ਕੋਲੇ 4-4 ਕਿੱਲੇ, ਕਿਸੇ ਕੋਲੇ 2 ਕਿੱਲੇ, ਕਿਸੇ ਕੋਲੇ 1 ਕਿੱਲਾ, ਕਿਸੇ ਕੋਲ ਅੱਧਾ ਕਿੱਲਾ ਜ਼ਮੀਨ ਹੈ। 200 ਪਰਿਵਾਰ ਚੋਂ 150 ਪਰਿਵਾਰ ਤਾਂ ਐਦਾਂ ਦਾ ਜਿਨ੍ਹਾਂ ਦਾ ਸਿਰਫ ਗੁਜ਼ਾਰਾ ਇਸ ਜ਼ਮੀਨ ਤੋਂ ਚੱਲਦਾ ਹੈ। ਨੋਟਿਸ ਤੱਕ ਨਹੀਂ ਦਿੱਤਾ ਗਿਆ ਜ਼ਮੀਨ ਖਾਲੀ ਕਰਨ ਦਾ, ਮਤਲਬ ਕੋਈ ਕਾਨੂੰਨ ਦਾ ਦਾਇਰਾ ਨਹੀਂ, ਕੋਈ ਕਾਨੂੰਨ ਨਹੀਂ, ਕੁਝ ਨਹੀਂ ਪਤਾ ਕੀ ਕਰਨਾ ਕੀ ਨਹੀਂ ਕਰਨਾ। ਸਿਰਫ ਦਿੱਲੀੋਂ ਹੁਕਮ ਆ ਗਿਆ ਕਿ 5000 ਕਿੱਲਾ ਖਾਲੀ ਕਰਾਉਣਾ ਪੰਜਾਬ 'ਚ, ਕਿਉਂਕਿ ਭੁੱਖ ਪੈ ਗਈ ਹੈ ਕੇਜਰੀਵਾਲ ਨੂੰ, ਉਹਦੇ ਕੋਲ ਪੈਸੇ ਦੀ ਘਾਟ ਹੋ ਗਈ ਹੈ ਗੁਜਰਾਤ ਤੇ ਹਿਮਾਚਲ 'ਚ ਇਲੈਕਸ਼ਨ ਲੜਨ ਦੀ। ਔਰ 117 ਸਾਲ ਪੁਰਾਣਾ ਕਬਜ਼ਾ, 117 ਸਾਲ ਕਬਜ਼ੇ 'ਚ ਇੱਕ ਵਾਰੀ ਵੀ ਇਸ ਜ਼ਮੀਨ ਦੀ ਕਦੇ ਬੋਲੀ ਨਹੀਂ ਹੋਈ, ਕਦੇ ਕੋਈ ਢਾਲ ਨਹੀਂ ਗਈ। ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ, ਪਰ ਇਹ ਨਵੀਂ ਸਰਕਾਰ ਆਈ ਆ 2 ਮਹੀਨੇ ਬਣਨ ਤੋਂ ਬਾਅਦ ਹੀ ਇਹਨਾਂ ਨੇ ਗੰਡਾਸਾ ਗਰੀਬ ਦੇ ਢਿੱਡ ਤੇ ਮਾਰਿਆ। ਉਹ ਘਾਟ ਪੂਰੀ ਕਰਨ ਵਾਸਤੇ ਪੰਜਾਬ ਵੇਚ ਕੇ ਜਿਹੜਾ ਹੁਣ ਉਹ ਕੇਜਰੀਵਾਲ ਨੇ ਇਲੈਕਸ਼ਨ ਲੜਨਾ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਚਾਇਤੀ ਜ਼ਮੀਨਾਂ ਤੇ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਕਬਜ਼ੇ ਛੁਡਵਾ ਰਹੀ ਹੈ, ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਕਬਜ਼ੇ ਨਹੀਂ ਕੀਤੇ, ਅਸੀਂ ਆਬਾਦਕਾਰ ਹਾਂ, ਅਸੀਂ ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ ਹੈ। ਤੇ ਅੱਜ ਇੱਕ ਵਕੀਲਾਂ ਦਾ ਪੈਨਲ ਜਿਹੜਾ ਹੈਗਾ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਬਹੁਤ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਤੇ ਉਹਨਾਂ ਦੀ ਦਿੱਕਤਾਂ ਦਾ ਹੱਲ ਕਰ ਰਹੇ ਨੇ। ਇੱਥੇ ਤੁਹਾਨੂੰ ਦਿਖਾ ਦਈਏ ਜਨਤਾ ਦਰਬਾਰ ਲੱਗਾ ਹੈਗਾ ਅੱਜ। ਇੱਕ ਜਨਤਾ ਦਰਬਾਰ ਭਗਵੰਤ ਮਾਨ ਦੀ ਸਰਕਾਰ ਨੇ ਵੀ ਲਗਾਇਆ ਸੀ, ਇੱਕ ਜਨਤਾ ਦਰਬਾਰ ਇਹ ਵੀ ਲੱਗਾ ਹੈਗਾ। ਤੇ ਇਸ ਜਨਤਾ ਦਰਬਾਰ ਦੀ ਖਾਸੀਅਤ ਇਹ ਹੈ ਕਿ ਇੱਥੇ ਕੋਈ ਵੀ ਭੇਦਭਾਵ ਨਹੀਂ, ਹਰੇਕ ਵਿਅਕਤੀ ਆਣ ਕੇ ਆਪਣੀ ਸਮੱਸਿਆ ਦੱਸ ਰਿਹਾ, ਉਸ ਦੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਕੀਲਾਂ ਦਾ ਇੱਕ ਪੈਨਲ ਬੈਠਾ ਹੈਗਾ, ਚਰਚਾ ਕੀਤੀ ਜਾ ਰਹੀ ਹੈ ਕਿ ਦਿੱਕਤ ਕੀ ਸੀ, ਸਮੱਸਿਆ ਕੀ ਹੈ, ਤੇ ਜੇ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤੁਸੀਂ ਕਿਹੜਾ ਰੁਖ ਅਖਤਿਆਰ ਕਰਨਾ। ਜੇ ਅਦਾਲਤ ਦੇ ਵਿੱਚ ਜਾ ਕੇ ਮਸਲਾ ਸੁਲਝਦਾ ਤਾਂ ਅਦਾਲਤ 'ਚ ਸੁਲਝਾਇਆ ਜਾਵੇਗਾ, ਜੇ ਸ਼ਾਮਲਾਟ ਦਾ ਮਾਮਲਾ ਹੈਗਾ ਜਾਂ ਜਿਸ ਤਰੀਕੇ ਨਾਲ ਪੰਚਾਇਤ ਦੇ ਵਿੱਚ ਮਸਲਾ ਹੱਲ ਹੁੰਦਾ ਤਾਂ ਉਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ। ਸਾਡੇ ਨਾਲ ਐਡਵੋਕੇਟ ਸਤਵੀਰ ਵਾਲੀਆ ਨੇ, ਲਗਾਤਾਰ ਗੱਲਬਾਤ ਕਰਕੇ ਪਰਚੀਆਂ ਭਰ ਰਹੇ ਨੇ। ਵਾਲੀਆ ਸਾਹਿਬ, ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿੰਨੀਆਂ ਦਿੱਕਤਾਂ ਹੁਣ ਤੱਕ ਆ ਚੁੱਕੀਆਂ, ਕਿਸ ਤਰੀਕੇ ਦੇ ਮਸਲੇ ਹੁਣ ਤੱਕ ਤੁਸੀਂ ਤੁਹਾਡੇ ਤੱਕ ਪਹੁੰਚ ਰਹੇ ਨੇ, ਕਿਸ ਤਰੀਕੇ ਦੀਆਂ ਦਿੱਕਤਾਂ ਲੋਕ ਲੈ ਕੇ ਆ ਰਹੇ ਨੇ? ਦੇਖੋ, ਸਾਡੇ ਕੋਲ ਥੱਲੇ ਫਾਈਲਾਂ ਦੇ ਗੱਥੇ ਭਰ ਗਏ ਨੇ। ਲੋਕ ਜਿਹੜੇ ਨੇ ਕਿੰਨੇ ਕੁ ਮਜਬੂਰ ਨੇ, ਕਿੰਨੇ ਕੁ ਅਸਹਾਏ ਮਹਿਸੂਸ ਕਰ ਰਹੇ ਨੇ। ਸਰਕਾਰਾਂ ਹੁੰਦੀਆਂ ਫॉर द ਵੈਲਫੇਅਰ ਆਫ ਸਟੇਟ, ਫॉर द ਵੈਲਫੇਅਰ ਆਫ ਪਬਲਿਕ, ਪਰ ਇੱਥੇ ਸਰਕਾਰਾਂ ਬਦਲਾਵ ਦੇ ਨਾਂ ਤੇ ਆਹ ਦੇਖੋ ਕਿੰਨੇ ਲੋਕਾਂ ਨਾਲ ਬਦਲਾ ਲੈਣ ਵਾਸਤੇ ਸਰਕਾਰ ਬਣ ਗਈ ਹੈ। ਸੋ ਮੈਂ ਤਾਂ ਕਹੂੰਗਾ ਕਿ ਇਹ ਸਰਕਾਰ ਨਹੀਂ ਹੈ, ਇਹ ਬੇਸਿਕਲੀ ਇੱਕ ਲੈਂਡ ਮਾਫੀਆ ਹੁੰਦਾ ਨਾ, ਜਿਹਨੂੰ ਭੂ ਮਾਫੀਆ ਕਹਿੰਦੇ ਆ, ਇੱਕ ਭੂ ਮਾਫੀਆ ਦਾ ਰੋਲ ਅਦਾ ਕਰ ਰਹੀ ਹੈ। 1858, 1905, 1949, ਮਤਲਬ 70 100 ਸਾਲ, 150 ਸਾਲ ਪੁਰਾਣੇ ਕਬਜ਼ੇ। ਤੇ ਉਹਨਾਂ ਨੂੰ ਸੌਖੇ ਕਰਨ ਦੀ ਬਜਾਏ ਇੱਕ ਕੇਸ ਆਇਆ ਹੁਣੀ 2 ਮਿੰਟ ਪਹਿਲਾਂ, ਬੰਦਾ ਮੇਰੇ ਕੋਲ ਗਿਆ, ਨੋਟਿਸ ਤੱਕ ਨਹੀਂ ਦਿੱਤਾ ਗਿਆ ਜ਼ਮੀਨ ਖਾਲੀ ਕਰਨ ਦਾ, ਮਤਲਬ ਕੋਈ ਕਾਨੂੰਨ ਦਾ ਦਾਇਰਾ ਨਹੀਂ, ਕੋਈ ਕਾਨੂੰਨ ਨਹੀਂ, ਕੁਝ ਨਹੀਂ ਪਤਾ ਕੀ ਕਰਨਾ ਕੀ ਨਹੀਂ ਕਰਨਾ। ਸਿਰਫ ਦਿੱਲੀੋਂ ਹੁਕਮ ਆ ਗਿਆ ਕਿ 5000 ਕਿੱਲਾ ਖਾਲੀ ਕਰਾਉਣਾ ਪੰਜਾਬ 'ਚ, ਕਿਉਂਕਿ ਭੁੱਖ ਪੈ ਗਈ ਹੈ ਕੇਜਰੀਵਾਲ ਨੂੰ, ਉਹਦੇ ਕੋਲ ਪੈਸੇ ਦੀ ਘਾਟ ਹੋ ਗਈ ਹੈ ਗੁਜਰਾਤ ਤੇ ਹਿਮਾਚਲ 'ਚ ਇਲੈਕਸ਼ਨ ਲੜਨ ਦੀ। ਉਹ ਘਾਟ ਪੂਰੀ ਕਰਨ ਵਾਸਤੇ ਪੰਜਾਬ ਵੇਚ ਕੇ ਜਿਹੜਾ ਹੁਣ ਉਹ ਕੇਜਰੀਵਾਲ ਨੇ ਇਲੈਕਸ਼ਨ ਲੜਨਾ ਹੈ। ਤੇ ਉਹਦਾ ਨਤੀਜਾ ਕੀ ਹਾਲ ਗਰਾਊਂਡ ਦੀ ਰਿਐਲਿਟੀ ਹੈਗੀ ਹੈ। ਮੈਂ ਮੁੱਖ ਮੰਤਰੀ ਸਾਹਿਬ ਜਿਹੜਾ ਬਾਰ-ਬਾਰ ਕਹਿੰਦਾ ਖਰਚਾ ਵੀ ਲਵਾਂਗੇ ਤੇ ਪਰਚੇ ਵੀ ਕਰਾਂਗੇ, ਖਰਚੇ ਦੇ ਪਰਚਿਆਂ ਦੇ ਚੱਕਰਾਂ 'ਚ ਇਹ ਲੋਕਾਂ ਨੇ ਬਦਲਾਵ ਲਿਆਂਦਾ ਸੀਗਾ। ਉਹੀ ਫਿਰ ਮੁੱਖ ਮੰਤਰੀ ਪਹਿਲੀ ਵਾਰੀ ਔਨ ਕੈਮਰਾ, ਔਨ ਮੀਡੀਆ, ਅਖਬਾਰਾਂ 'ਚ ਇਸ਼ਤਿਹਾਰ ਕਰਦਾ ਹੈ ਕਿ ਖਰਚੇ ਵੀ ਲਵਾਂਗੇ ਤੇ ਪਰਚੇ ਵੀ ਕਰਾਂਗੇ। ਆ ਤੁਹਾਡੇ ਸਾਹਮਣੇ ਹਾਲ ਦੇਖ ਲਓ ਕੀ ਹੋ ਰਿਹਾ। ਹੁਣ ਤੱਕ ਕਿੱਦਾਂ ਦੇ ਕੇਸ ਆ ਰਹੇ ਨੇ? ਬਹੁਤ ਸਾਰੇ ਮਾਮਲੇ ਤਾਂ ਚਲੋ ਪੰਚਾਇਤੀ ਜ਼ਮੀਨਾਂ ਨਾਲ ਜੁੜੇ ਹੈਗੇ ਨੇ,
ਪਰ ਮਸਲੇ ਉਹਨਾਂ ਦੇ ਵਿੱਚ ਦਿੱਕਤਾਂ ਹਰੇਕ ਦੀਆਂ ਅਲੱਗ-ਅਲੱਗ ਹੋਣੀਆਂ, ਕੋਈ ਸ਼ਾਮਲਾਟ ਦੀ ਜ਼ਮੀਨ ਹੋਣੀ, ਕੋਈ ਜ਼ਮੀਨ ਹੋਣੀ ਹੈ। ਤਾਂ ਇਹ ਕਿਸ ਤਰੀਕੇ ਦੇ ਕੇਸ ਹੁਣ ਤੱਕ ਤੁਹਾਡੇ ਤੱਕ ਆਏ ਨੇ? ਦੇਖੋ ਕੁਝ ਸਰਕਾਰੀ ਜ਼ਮੀਨਾਂ ਵੀ ਹੈਗੀਆਂ ਨੇ, ਸਰਕਾਰੀ ਜ਼ਮੀਨਾਂ ਵਾਸਤੇ ਵੀ ਐਕਟ ਬਣਿਆ ਹੋਇਆ ਬਕਾਇਦਾ ਇੱਕ, ਤੇ ਉਸ 'ਚ ਓਨਰਸ਼ਿਪ ਦੇ ਸਕਦੇ ਆ, ਪਰ ਉਹ ਵੀ ਖਾਲੀ ਕਰਾਉਣ ਦੇ ਨੋਟਿਸ ਆ ਰਹੇ ਨੇ। ਪੰਚਾਇਤੀ ਜ਼ਮੀਨਾਂ ਜਿਹੜੀਆਂ ਹੈਗੇ ਨੇ, ਪੰਚਾਇਤੀ ਜ਼ਮੀਨਾਂ ਜਿਹੜੀਆਂ ਪੁਰਾਣੇ ਕਬਜ਼ੇ ਕਈਆਂ ਨੇ ਪੈਸੇ ਪੇ ਕਰ ਰਹੇ ਨੇ, 2 ਸਾਲ ਤੋਂ ਨਹੀਂ ਪੇ ਕੀਤੇ, 5 ਸਾਲ ਤੋਂ ਨਹੀਂ ਪੇ ਕੀਤੇ, ਤੁਸੀਂ ਇਹਨੂੰ ਪੈਨਲਟੀ ਇੰਪੋਜ਼ ਕਰ ਦਿਓ। ਮੋਸਟ ਆਫ ਦੀ ਲੋਕ ਨੇ ਜਿਹਨਾਂ ਕੋਲ ਸਟੇ ਨੇ, ਜਿਹਨਾਂ ਕੋਲ ਕੋਰਟਾਂ 'ਚ ਕੇਸ ਚੱਲ ਰਹੇ ਨੇ, ਡਿਪਟੀ ਡਾਇਰੈਕਟਰ ਕੋਲ, ਜੁਆਇੰਟ ਡਾਇਰੈਕਟਰ ਕੋਲ ਕੇਸ ਚੱਲ ਰਹੇ ਨੇ, ਕਲੈਕਟਰ ਕੋਲ ਕੇਸ ਚੱਲ ਰਹੇ ਨੇ, ਕਮਿਸ਼ਨਰਸ ਕੋਲ ਕੇਸ ਚੱਲ ਰਹੇ ਨੇ, ਡਾਇਰੈਕਟਰ ਪੰਚਾਇਤ ਕੋਲ ਕੇਸ ਚੱਲ ਰਹੇ ਨੇ, ਪਰ ਸਰਕਾਰ ਅਣਗਹਿਲੀ ਕਰ ਰਹੀ ਹੈ। ਮਤਲਬ ਸਰਕਾਰ ਸਿਰਫ ਇਹ ਕਹਿ ਰਹੀ ਹੈ ਤੁਹਾਡੇ ਕੋਲ ਸਟੇ ਹੈ ਨਹੀਂ ਹੈ, ਤੁਹਾਡਾ ਕੇਸ ਚੱਲਦਾ ਨਹੀਂ ਚੱਲਦਾ। ਹੁਣ ਇਹਨਾਂ ਦਾ ਕੇਸ ਹੈ, ਇਹ ਕੇਸ ਹਾਈ ਕੋਰਟ 'ਚ ਐਡਮਿਟ ਹੋਇਆ ਹੈ, ਇਹਨਾਂ ਨੂੰ ਨੋਟਿਸ ਆ ਗਿਆ ਜੀ ਜ਼ਮੀਨ ਖਾਲੀ ਕਰੋ, ਬਾਹ ਵੀ ਦਿੱਤੀ ਜ਼ਮੀਨ ਕੁਛ ਤਾਂ। ਹੁਣ ਦੱਸੋ ਤੇ ਮਤਲਬ ਉਹਨਾਂ ਬਿਨਾਂ ਨੋਟਿਸ ਤੋਂ ਦੇਖ ਲਓ। ਕਿਹੜਾ ਪਿੰਡ ਹੈ? ਪਿੰਡ ਚਰਾਸੋਂ ਜੀ। ਬਿਨਾਂ ਨੋਟਿਸ ਤੋਂ ਜ਼ਮੀਨ ਮੇਰਾ ਨੋਟਿਸ ਤੋਂ ਨਹੀਂ ਵਾਈ ਵੀ ਨਹੀਂ, ਅਸੀਂ ਆਪਣੇ ਖੇਤ 'ਚ ਆਪ ਹੀ ਵਾਹ ਰਹੇ ਜੀ, ਆਣ ਕੇ ਖੜ ਕੇ ਕਹਿੰਦੇ ਵੀ ਤੁਹਾਡੀ ਕਬਜ਼ਾ ਕਾਰਵਾਈ ਆ। ਮੈਂ ਇਹ ਤਸਵੀਰ ਤੇ ਨਜ਼ਰ ਜ਼ਰੂਰ ਮਾਰ ਲਓ। ਪਟਿਆਲੇ ਦੀ ਅਖਬਾਰ ਦੇ ਵਿੱਚ ਖਬਰ ਲੱਗੀ ਹੈ, ਚਰਾਸੋਂ ਦੀ 7.5 ਏਕੜ ਸ਼ਾਮਲਾਟ ਤੋਂ ਨਜਾਇਜ਼ ਕਬਜ਼ਾ ਛੁਡਵਾਇਆ। ਇਹ ਤੁਹਾਡੀ ਜ਼ਮੀਨ ਸੀਗੀ ਜਿਹੜਾ ਛੁਡਵਾਇਆ ਗਿਆ? ਹਾਂਜੀ। ਇਹ ਜਿਹੜੀ ਇਦਾਂ ਦੀਆਂ ਕਿੰਨੇ ਕੁ ਮਾਮਲੇ ਆ ਚੁੱਕੇ ਨੇ ਹੁਣ ਤੱਕ ਸਤਵੀਰ ਜੀ? ਦੇਖੋ ਇੱਕ ਆ ਦੇਖੋ ਬੈਠੇ ਨੇ, ਇਹ ਹੈਗੇ ਨੇ ਆਪਣਾ ਛਲੇੜੀ ਕਲਾਂ ਫਤਿਹਗੜ੍ਹ ਸਾਹਿਬ ਤੋਂ ਨੇ, ਜਿਨ੍ਹਾਂ ਦਾ ਉਹ ਗੱਲ ਕਰਦੇ ਸੀ ਨਾ ਵੀ 417 ਕਿੱਲਾ ਲੋਕਾਂ ਨੇ ਆਪੇ ਛੱਡਤੀ। ਸੱਚ ਇਹ ਦੱਸਣਗੇ ਕਿ ਉਹ ਫੋਰਸ ਬੁਲਾ ਕੇ ਹਜ਼ਾਰਾਂ ਪੁਲਿਸ ਪੁਲਿਸ ਵਾਲੇ ਇਕੱਠੇ ਕਰਕੇ ਇਹਨਾਂ ਨੂੰ ਬੰਦੀ ਬਣਾ ਕੇ ਘਰਾਂ 'ਚ ਕਬਜ਼ਾ ਛਡਾਇਆ ਗਿਆ। ਜਿਹੜੇ ਇਹ ਉਹ ਜ਼ਮੀਨ ਤੁਹਾਡੀ ਸੀਗੀ ਜਿਹੜੀ ਕਹਿੰਦੇ ਵੀ ਆਪਣੇ ਆਪ ਛੱਡ? ਹਾਂਜੀ ਹਾਂ, ਉਹ ਸਾਡੇ ਪਿੰਡ ਦੀ ਜ਼ਮੀਨ ਆ 417 ਕਿੱਲਾ ਜੀ। 2500 ਬੰਦੇ ਦੀ ਫੋਰਸ ਲਾ ਕੇ ਉੱਥੇ ਇਹਨਾਂ ਨੇ ਉਧਰ ਕਬਜ਼ਾ ਕੀਤਾ। ਅਸੀਂ ਸਾਡੇ ਪੁਰਖਾਂ ਨੇ ਉਸ ਟਾਈਮ 1904-5 ਦੇ ਟਾਈਮ ਅੰਗਰੇਜ਼ੀ ਸ਼ਾਹੀ ਰਾਜ ਸੀ, ਉਹਨਾਂ ਨੂੰ ਉਸ ਟਾਈਮ ਦਾ ਬਣਦਾ ਲਗਾਨ ਦੇ ਕੇ ਜ਼ਮੀਨ ਖਰੀਦੀ ਹੋਈ ਆ। ਅਸੀਂ ਢਾਲੀਵਾਲ ਸਾਹਿਬ ਕੋਲੇ ਆਪਣਾ ਪੱਖ ਰੱਖ ਰਹੇ ਹਾਂ, ਜਮਾਬੰਦੀ ਦਿਖਾ ਰਹੇ ਉਹਨਾਂ ਨੂੰ 1904-5 ਦੀ ਇਹ ਵਾਲੀ। ਇਹ ਜਿਹੜੀ ਫਿਰ ਗੱਲ ਕਹਿੰਦੇ ਸੀਗੇ ਕਿ ਕਿਸਾਨਾਂ ਨੇ ਆਪ ਹੀ ਛੱਡਤੀ, ਸਾਥ ਦੇ ਰਹੇ ਕੋਈ ਦੱਸ ਰਹੇ ਅਸੀਂ ਉਹਨਾਂ ਕੋਲੇ ਇਹ ਜਮਾਬੰਦੀ ਦਿਖਾਈ ਉਹਨਾਂ ਨੂੰ ਵੀ ਸਾਡੇ ਕੋਲੇ 1904-5 ਦੀ ਜਮਾਬੰਦੀ ਆ, ਸਾਡੇ ਕੋਲੇ ਅਸੀਂ 1904-5 ਦੇ ਕਾਬਜ਼ ਆ। ਸਾਨੂੰ ਉਹਨਾਂ ਨੇ ਗੱਲ ਹੀ ਚੇਂਜ ਕਰਤੀ ਇੱਕ ਨਿਊਜ਼ ਬਣਾਉਣ ਦੇ ਤੌਰ ਤੇ, ਕਹਿੰਦੇ ਦੇਖੋ ਬੱਲੇ ਬੱਲੇ ਕਿੰਨੇ ਦਲੇਰ ਨੇ ਪੰਜਾਬੀ, 100 ਸਾਲ ਪੁਰਾਣਾ ਕਬਜ਼ਾ ਛੱਡ ਰਹੇ ਨੇ। ਸਾਡੇ 200 ਪਰਿਵਾਰ ਦਾ ਪਿੰਡ ਹੈ ਜੀ, 200 ਪਰਿਵਾਰ ਕੋਲੇ 4-4 ਕਿੱਲੇ, ਕਿਸੇ ਕੋਲੇ 2 ਕਿੱਲੇ, ਕਿਸੇ ਕੋਲ 1 ਕਿੱਲਾ, ਕਿਸੇ ਕੋਲ ਅੱਧਾ ਕਿੱਲਾ ਜ਼ਮੀਨ ਹੈ। 200 ਪਰਿਵਾਰ ਚੋਂ 150 ਪਰਿਵਾਰ ਤਾਂ ਐਦਾਂ ਦਾ ਜਿਨ੍ਹਾਂ ਦਾ ਸਿਰਫ ਗੁਜ਼ਾਰਾ ਇਸ ਜ਼ਮੀਨ ਤੋਂ ਚੱਲਦਾ ਹੈ। ਔਰ 117 ਸਾਲ ਪੁਰਾਣਾ ਕਬਜ਼ਾ, 117 ਸਾਲ ਕਬਜ਼ੇ 'ਚ ਇੱਕ ਵਾਰੀ ਵੀ ਇਸ ਜ਼ਮੀਨ ਦੀ ਕਦੇ ਬੋਲੀ ਨਹੀਂ ਹੋਈ, ਕਦੇ ਕੋਈ ਢਾਲ ਨਹੀਂ ਗਈ। ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ, ਪਰ ਇਹ ਨਵੀਂ ਸਰਕਾਰ ਆਈ ਆ 2 ਮਹੀਨੇ ਬਣਨ ਤੋਂ ਬਾਅਦ ਹੀ ਇਹਨਾਂ ਨੇ ਗੰਡਾਸਾ ਗਰੀਬ ਦੇ ਢਿੱਡ ਤੇ ਮਾਰਿਆ। ਜ਼ਮੀਨ ਪਈ ਆ ਬਥੇਰੀ, ਇੱਥੇ ਮੋਹਾਲੀ 'ਚ ਪਈ ਆ, ਬੜੇ ਧਨਾਟਾਂ ਕੋਲ ਪਈ ਆ, ਫਾਰਮ ਬਣੇ ਹੋਏ ਨੇ, ਹੋਟਲ ਬਣੇ ਹੋਏ ਨੇ, ਛਡਵਾਉਣ ਕਿਸੇ ਤੋਂ ਜਾ ਕੇ। ਬੜੀ ਹੈਰਾਨੀ ਦੀ ਗੱਲ ਨਹੀਂ ਕਿ ਇਹ ਕਹਿ ਦੇਣਾ ਕਿ ਆਪ ਛੱਡਤੀ ਕਿਸਾਨਾਂ ਨੇ। ਹੁਣ ਉਸ ਜ਼ਮੀਨ ਦਾ ਹੋਇਆ ਕੀ ਹੈ ਇਸ ਵੇਲੇ, ਕੀ ਹਾਲਾਤ? ਇਸ ਵੇਲੇ ਉਹ ਸਾਡੇ ਕਬਜ਼ੇ 'ਚ ਹੀ ਹੈ ਜੀ। ਸਾਡੇ ਉਸ ਟਾਈਮ ਬਜ਼ੁਰਗਾਂ ਨੇ 10 ਕਿੱਲੇ ਜਿਹੜੀ ਸ਼ਾਮਲਾਟ ਜ਼ਮੀਨ ਬਣਦੀ ਸੀ ਨਾ, 10 ਕਿੱਲੇ ਯਰਬ ਕੱਢੀ ਹੋਈ ਹੈ 417 ਕਿੱਲੇ ਤੋਂ ਬਿਨਾਂ। ਉਹ ਸਿਰਫ ਕਬਜ਼ਾ ਇਹਨਾਂ ਨੇ ਉਸ 10 ਕਿੱਲਿਆਂ ਦੇ ਵਿੱਚ ਹੀ ਕੀਤਾ। ਉਹ 10 ਕਿੱਲਿਆਂ ਦਾ ਕਬਜ਼ਾ ਕਰਕੇ ਨਾਮ ਧਰਿਆ ਉਹਦਾ 417 ਕਿੱਲਾ। ਉਹ 417 ਕਿੱਲੇ ਦਾ ਨਾਮ, ਇੱਕ ਜਿਹੜੀ ਸਹਿਮਤੀ ਵਾਲੀ ਗੱਲ ਕਰਦੇ ਨੇ, ਇੰਨਾ ਤਾਂ ਕੋਈ ਪਾਗਲ ਨਹੀਂ ਹੈਗਾ ਜੀ, ਸਹਿਮਤੀ ਨਾਲ ਕਿੱਦਾਂ ਦੇ ਦੂਗਾ ਆਪਣਾ ਕੋਈ? ਬਸ ਸੁਰਖੀਆਂ ਬਣਾਈਆਂ ਜਾ ਰਹੀਆਂ, ਸੁਰਖੀਆਂ ਬਣਾਈਆਂ ਜਾ ਰਹੀਆਂ ਨੇ, ਹੋਰ ਕੁਝ ਵੀ ਨਹੀਂ ਹੈਗਾ। ਕੰਮ ਇਹਨਾਂ ਕੋਲੇ ਹੈ ਨਹੀਂ, ਸਰਕਾਰ ਕੋਲੇ ਪੈਸਾ ਕੋਈ ਹੈ ਨਹੀਂ, ਇਸ ਕੰਮ 'ਚ ਕੋਈ ਖਰਚ ਨਹੀਂ ਹੁੰਦਾ। ਕਹਿੰਦੇ ਵਿਆਹ ਦੱਬ ਰੱਖੋ, ਛਡਾਉਣ ਨਜਾਇਜ਼। ਜੇ ਨਜਾਇਜ਼ ਕਬਜ਼ਿਆਂ ਦੀ ਗੱਲ ਕਰਦੇ ਅਸੀਂ ਨਾਲ ਖੜੇ ਆ, ਨਜਾਇਜ਼ ਕਬਜ਼ਿਆਂ ਦੀ ਗੱਲ ਕਰਦੇ ਆ, ਪਰ ਨਜਾਇਜ਼ ਕਬਜ਼ਾ ਤਾਂ ਹੋਵੇ ਨਾ। ਸਭ ਤੁਹਾਨੂੰ ਲੱਗਦਾ ਕਿੱਥੋਂ ਛਡਾਉਣੀ ਚਾਹੀਦੀ ਜ਼ਮੀਨ? ਅਸਲ ਮਾਇਨੇ ਦੇ ਵਿੱਚ ਜ਼ਮੀਨ ਤੇ ਕਬਜ਼ਾ ਕਿਹਨੇ ਕੀਤਾ? ਸਭ ਤੋਂ ਪਹਿਲਾਂ ਜੇ ਛਡਾਉਣ ਦੀ ਉਹ ਗੱਲ ਕਰਦੇ ਨੇ, ਨਜਾਇਜ਼ ਕਬਜ਼ੇ ਦੀ ਗੱਲ ਕਰਦੇ ਨੇ, ਪਹਿਲਾਂ ਆਪਣੇ ਲੀਡਰਾਂ ਦੀ ਛਡਾਉਣ। ਕੁਲਵੰਤ ਸਿੰਘ ਮਾਲੀ ਕੋਲ 120 ਕਿੱਲਾ, ਛਡਾਉਣ ਜਾ ਕੇ। ਇਹਨਾਂ ਦਾ ਆਪ ਦਾ ਵਿਧਾਇਕ ਆ, ਫਿਰ ਆ ਕੇ ਗਰੀਬਾਂ ਨੂੰ ਫੜ ਦੇਣਾ। ਇਹਨਾਂ ਨੇ ਤਾਂ ਗੱਲ ਤਾਂ ਉਹੀ ਹੋਊਗੀ ਨਾ ਵੀ ਅਮੀਰ ਦੇ ਤਾਂ ਹੱਥ ਪਾਉਣ ਜੋਗੇ ਹੈ ਨਹੀਂ, ਇਹ ਗਰੀਬ ਦੀ ਜਾ ਕੇ ਰੋਜੀ ਰੋਟੀ ਖੋ ਰਹੇ ਨੇ। ਅਮੀਰ ਕੋਲੇ ਬਥੇਰਾ ਕੁਛ ਹੈ, ਲੀਡਰਾਂ ਨੇ ਦੱਬੀ ਹੋਈ ਹੈ। ਮੋਹਾਲੀ 'ਚ 3500 ਏਕੜ ਕੱਲੇ ਲੀਡਰਾਂ ਨੇ ਦੱਬਿਆ ਹੋਇਆ। ਛਡਵਾਉਣ ਦਾ ਕਿਸੇ ਤੋਂ ਇੱਕ ਮਰਲਾ ਵੀ ਜਾ ਕੇ। ਇਹ ਹਾਲਾਤ ਨੇ, ਇਹ ਹਕੀਕਤ ਹੈ ਇਸ ਜਨਤਾ ਦਰਬਾਰ ਦੀ। ਲੋਕ ਆਪਣੀਆਂ ਦਿੱਕਤਾਂ ਦੱਸ ਰਹੇ ਨੇ, ਸਮੱਸਿਆਵਾਂ ਦੱਸ ਰਹੇ ਨੇ, ਤੇ ਇੱਕ ਵੱਡਾ ਖੁਲਾਸਾ ਇਹ ਵੀ ਹੋ ਗਿਆ ਕਿ 417 ਏਕੜ ਜਿਹੜੀ ਜ਼ਮੀਨ ਕਹਿੰਦੇ ਸੀ ਕਿਸਾਨਾਂ ਨੇ ਆਪ ਹੀ ਛੱਡਤੀ। ਭਾਈ ਸਾਹਿਬ ਨੇ ਉਹਦਾ ਬੜੇ ਬਖੂਬੀ ਢੰਗ ਦੇ ਨਾਲ ਦੱਸਿਆ ਕਿ ਉਹ ਜ਼ਮੀਨ ਛੱਡੀ ਨਹੀਂ ਸੀ, ਬਲਕਿ ਫੋਰਸ ਲਵਾ ਕੇ ਤਾਂ ਉਹ ਆਪਣੇ ਵੱਲੋਂ ਕਾਰਵਾਈ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ, ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕਰ ਦਿੱਤੀ ਗਈ। ਤਾਂ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਕਿਸਾਨ ਇੱਥੇ ਲੈ ਕੇ ਪਹੁੰਚੇ ਹੋਏ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਸਰਕਾਰ ਸਿਰਫ ਸੁਰਖੀਆਂ ਬਣਾਉਂਦੀ ਹੈ ਜਾਂ ਫਿਰ ਅਸਲ ਮਾਇਨੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਿਸ ਮਾਮਲੇ ਨੂੰ ਲੈ ਕੇ ਇਹ ਮਸਲਾ ਸ਼ੁਰੂ ਕੀਤਾ ਗਿਆ ਕਿ ਵੱਡੇ ਵੱਡੇ ਧਨਾਡਾਂ ਤੋਂ, ਅਫਸਰਾਂ ਤੋਂ ਜ਼ਮੀਨ ਛਡਾਉਣੀ ਹੈ, ਉਹ ਵਾਲੀ ਕਾਰਵਾਈ ਵੱਲਾਂ ਕਦੋਂ ਵੱਧਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਮੋਹਾਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।